Morning students, today we will start a new topic, internal check. Internal check is a valuable part of internal control. Entire system of accounting needs to be organized in such a manner that it may ensure some sort of check without incurring additional financial burden. ਮੀਨਸ ਕੀ ਹੈ ਇੰਟਰਨਲ ਚੈੱਕ ਕੀ ਹੈ ਇੱਕ ਵੈਲਿਊਏਬਲ ਪਾਰਟ ਹੈ ਇੰਟਰਨਲ ਕੰਟਰੋਲ ਦਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਕੀ ਕਰਨਾ ਹੈ ਇੰਟਰਨਲ ਕੰਟਰੋਲ ਤਾਂ ਬਾਅਦ ਦੇ ਵਿੱਚ ਹੋਵੇਗਾ ਪਹਿਲਾਂ ਕੀ ਹੋਵੇਗਾ ਇੰਟਰਨਲ ਚੈੱਕ ਹੋਵੇਗਾ ਕਿਉਂਕਿ ਇੰਟਰਨਲ ਚੈੱਕ ਕਰਨ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗੇਗਾ ਵੀ ਆਪਾਂ ਨੂੰ ਕਿੱਥੇ ਹੈ ਜਿਹੜਾ ਕੰਟਰੋਲ ਕਰਨ ਦੀ ਜ਼ਰੂਰਤ ਹੈ ਤਾਂ ਬਟ ਆਪਾਂ ਨੇ ਜਿਹੜੀ ਇਹ ਚੈਕਿੰਗ ਕਰਨੀ ਹੈ ਇਹ ਇਸ ਵੇ ਨਾਲ ਕਰਨੀ ਵੀ ਆਪਾਂ ਨੂੰ ਕੋਈ ਫਾਈਨੈਂਸ਼ੀਅਲ ਐਕਸਪੈਂਸਿਸ ਜਾਂ ਕੋਈ ਫਾਈਨੈਂਸ਼ੀਅਲ ਐਕਸਪੈਂਡੀਚਰਸ ਨਾ ਰਾਈਜ਼ ਕਰਨੇ ਪੈਣ ਮੈਥਡ ਆਫ ਇੰਟਰਨਲ ਕੰਟਰੋਲ ਹੈਜ਼ ਜਾਂ ਇੰਟਰਨਲ ਚੈੱਕ ਹੈਜ਼ ਬੀਨ ਡਿਵਾਈਸ ਟੂ ਮੀਟ ਦਿਸ ਰਿਕੁਆਇਰਮੈਂਟ ਤਾਂ ਆਪਾਂ ਕਿਹੜਾ ਮੈਥਡ ਯੂਜ਼ ਕਰਦੇ ਹਾਂ ਇੰਟਰਨਲ ਚੈੱਕ ਦਾ ਕਰਦੇ ਹਾਂ ਇਟ ਇਜ਼ ਐਨ ਅਰੇਂਜਮੈਂਟ ਆਫ ਡਿਊਟੀਜ਼ ਆਫ ਮੈਂਬਰਸ ਆਫ ਸਟਾਫ ਇਨ ਸੱਚ ਅ ਮੈਨਰ ਦੈਟ ਦੀ ਵਰਕ ਪਰਫਾਰਮਡ ਬਾਈ ਵਨ ਪਰਸਨ ਇਜ਼ ਆਟੋਮੈਟਿਕਲੀ ਐਂਡ ਇੰਡੀਪੈਂਡੈਂਟਲੀ ਚੈੱਕਡ ਬਾਈ ਦੀ ਅਦਰ ਮੀਨਸ ਕੀ ਹੈ ਇੰਟਰਨਲ ਚੈੱਕ ਕਰ ਰਹੇ ਹਾਂ ਚੈੱਕ ਦਾ ਮਤਲਬ ਕੀ ਹੁੰਦਾ ਦੂਜੇ ਦੁਆਰਾ ਕੀਤਾ ਕੰਮ ਜਦੋਂ ਆਪਾਂ ਕੀ ਕਰਦੇ ਹਾਂ ਵੈਰੀਫਾਈ ਕਰਦੇ ਹਾਂ ਤਾਂ ਇੰਟਰਨਲ ਚੈੱਕ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਇੰਸਟਾਲ ਕੀਤਾ ਜਾਂਦਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਇੰਟਰਨਲ ਕੰਟਰੋਲ ਨੂੰ ਕਰਨ ਦੇ ਲਈ ਵੀ ਇੱਕ ਪਰਸਨ ਦੀ ਜਿਹੜੀ ਪਰਫੋਰਮੈਂਸ ਹੈ ਉਹ ਕੀ ਕੀਤੀ ਜਾਂਦੀ ਹੈ ਕਿਸੇ ਸੈਕਿੰਡ ਪਰਸਨ ਦੁਆਰਾ ਵੈਰੀਫਾਈ ਕੀਤੀ ਜਾਂਦੀ ਹੈ ਅਥੈਂਟੀਕੇਟ ਜਾਂ ਫਿਰ ਚੈੱਕ ਕੀਤੀ ਜਾਂਦੀ ਹੈ ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ ਇੰਟਰਨਲ ਚੈੱਕ ਜੇ ਆਪਾਂ ਗੱਲ ਕਰੀਏ ਇੰਟਰਨਲ ਚੈੱਕ ਦੀ ਤਾਂ ਇੰਟਰਨਲ ਚੈੱਕ ਇੱਕ ਇਹੋ ਜਿਹਾ ਫੰਡ ਹੈ ਜਿਸ ਦੀ ਹੈਲਪ ਦੇ ਬਿਨਾਂ ਆਪਾਂ ਇੰਟਰਨਲ ਕੰਟਰੋਲ ਨਹੀਂ ਕਰ ਸਕਦੇ ਤਾਂ ਇੰਟਰਨਲ ਚੈੱਕ ਸਿਰਫ ਇੰਨੀ ਗੱਲ ਆਪਾਂ ਯਾਦ ਰੱਖਣੀ ਹੈ ਕਿ ਇੰਟਰਨਲ ਚੈੱਕ ਮੀਨਸ ਕੀ ਹੈ ਇੱਕ ਪਰਸਨ ਦੀ ਪਰਫੋਰਮੈਂਸ ਜਾਂ ਐਕਟੀਵਿਟੀਜ਼ ਨੂੰ ਕੀ ਕਰਨਾ ਦੂਜੇ ਪਰਸਨ ਨੇ ਅਥੈਂਟੀਕੇਟ ਕਰਨਾ ਜਾਂ ਚੈੱਕ ਕਰਨਾ ਦੈਨ ਨੈਕਸਟ ਇਜ਼ ਆਬਜੈਕਟਿਵਸ ਆਪਾਂ ਨੂੰ ਪਤਾ ਵੀ ਜੇ ਆਪਾਂ ਰੈਗੂਲਰਲੀ ਚੈੱਕ ਕਰ ਰਹੇ ਹਾਂ ਤਾਂ ਉਹਦੇ ਨਾਲ ਕੀ ਹੈ ਮੋਰਲ ਪ੍ਰੈਸ਼ਰ ਹੈ ਸਟਾਫ ਦੇ ਉੱਪਰ ਕਿਉਂਕਿ ਉਹਨਾਂ ਨੂੰ ਪਤਾ ਵੀ ਮੇਰਾ ਕੰਮ ਕਿਸੇ ਹੋਰ ਨੇ ਕੀ ਕਰਨਾ ਹੈ ਚੈੱਕ ਕਰਨਾ ਹੈ ਦੈਨ to ensure that the accounting system procedures reliable and adequate information ਆਪਣੇ ਅਕਾਊਂਟਸ ਦੀ ਕੀ ਕਰਨਗੇ ਵੈਲ ਡਿਫਾਈਨਡ ਪ੍ਰੀਪੇਅਰ ਕਰਨਗੇ ਦੈਨ ਪ੍ਰੋਟੈਕਸ਼ਨ ਹੋਏਗੀ ਇਹਦੇ ਨਾਲ ਉਸ ਤੋਂ ਬਾਅਦ ਕੀ ਹੋਏਗਾ ਵਰਕ ਡਿਸਟਰੀਬਿਊਟ ਹੋ ਜਾਏਗਾ ਡਿਊਟੀਜ਼ ਰਿਸਪੋਂਸੀਬਿਲਿਟੀਜ਼ ਐਲੋਕੇਟ ਹੋ ਜਾਣਗੀਆਂ ਪ੍ਰੋਪਰ ਐਰਰਸ ਫਰੋਡਸ ਇਰੈਗੂਲੈਰਿਟੀਜ਼ ਦੇ ਚਾਂਸਿਸ ਬਿਲਕੁਲ ਹੀ ਘੱਟ ਹੋ ਜਾਣਗੇ ਐਫੀਸ਼ੀਐਂਸੀ ਇਨਕਰੀਜ਼ ਹੋ ਜਾਏਗੀ ਅਤੇ ਆਪਾਂ ਕੀ ਕਰ ਲਾਂਗੇ ਐਰਰ ਫਰੋਡ ਘੱਟ ਤਾਂ ਜਾਣਗੇ ਉਹਦੇ ਨਾਲ ਆਪਾਂ ਨੂੰ ਈਜ਼ਲੀ ਡਿਟੈਕਟ ਵੀ ਕਰ ਪਾਵਾਂਗੇ ਦੈਨ ਫੀਚਰਸ ਕਿੰਨੀ ਰਿਸਪੋਂਸੀਬਿਲਿਟੀ ਹੋ ਗਈ ਉਹੀ ਆਪਣੀ ਕੰਪਲੀਸ਼ਨ ਕੀ ਹੈ ਹਰ ਇੱਕ ਪ੍ਰੋਪਰ ਆਪਣਾ ਵਰਕ ਕੰਪਲੀਟ ਕਰੇਗਾ ਰੋਟੇਸ਼ਨ ਆਫ ਇੰਪਲਾਈਜ਼ ਰੋਟੇਸ਼ਨ ਮੀਨਸ ਰੋਟੇਟ ਕਰਨਾ ਕੀ ਹੁੰਦਾ ਇੱਕ ਜਗ੍ਹਾ ਦੂਜੀ ਜਗ੍ਹਾ 'ਤੇ ਪ੍ਰੋਪਰ ਸ਼ਿਫਟ ਕਰ ਦਿੰਦੇ ਜਦੋਂ ਇੱਕ ਵਰਕਰ ਨੂੰ ਤਾਂ ਜੇ ਆਪਾਂ ਨੂੰ ਚੈਕਿੰਗ ਦੇ ਬਾਅਦ ਇਹ ਲੱਗ ਰਿਹਾ ਵੀ ਇਹ ਕੰਮ ਇਹ ਪ੍ਰੋਪਰ ਨਹੀਂ ਕਰ ਰਿਹਾ ਇਹ ਕੰਮ ਨੂੰ ਇਹ ਪ੍ਰੋਪਰ ਕਰ ਰਿਹਾ ਤਾਂ ਆਪਾਂ ਉਹਨੂੰ ਕੀ ਕਰ ਲਾਂਗੇ ਆਪਸ ਦੇ ਵਿੱਚ ਰੋਟੇਟ ਵੀ ਕਰ ਸਕਦੇ ਹਾਂ ਇੱਕ ਦੂਜੇ ਜਗ੍ਹਾ 'ਤੇ ਸ਼ਿਫਟ ਵੀ ਕਰ ਸਕਦੇ ਹਾਂ ਆਟੋਮੈਟਿਕ ਚੈੱਕ ਹੈ ਰਿਲਾਇੰਸ ਹੈ ਸੇਫਗਾਰਡ ਹੈ ਸੇਫਗਾਰਡ ਮੀਨਸ ਕਿ ਆਪਾਂ ਪੋਸਟ ਚੈੱਕ ਜਾਂ ਅਨਯੂਜ਼ ਚੈੱਕਸ ਨੂੰ ਆਪਾਂ ਵੈਰੀਫਾਈ ਕਰ ਸਕਦੇ ਹਾਂ ਪ੍ਰੋਪਰਲੀ ਸੁਪਰਵਾਈਜ਼ ਕਰ ਸਕਦੇ ਹਾਂ ਫਾਰਮਲ ਸੈਂਕਸ਼ਨ ਹੈ ਪ੍ਰੋਪਰਲੀ ਸੋ ਪੀਰੀਓਡੀਕਲ ਰਿਵਿਊ ਜਾਂ ਫਿਰ ਰੈਗੂਲਰ ਰਿਵਿਊ ਹੈ ਦੈਨ ਐਡਵਾਂਟੇਜਸ ਕੀ ਨੇ ਇਹਦੇ ਬਿਜ਼ਨਸ ਦੇ ਲਈ ਉਹੀ ਸੇਮ ਆਬਜੈਕਟਿਵਸ ਹੀ ਨੇ ਆਪਣੇ ਕੋਲ ਡਿਵੀਜ਼ਨ ਹੈ ਡਿਟੈਕਸ਼ਨ ਹੈ ਐਫੀਸ਼ੀਐਂਸੀ ਇਨਕਰੀਜ਼ ਹੋ ਗਈ ਨਾ ਇਹ ਸਾਰੇ ਬਿਲਕੁਲ ਈਜ਼ੀ ਨੇ ਕਰਵਾਉਣ ਦੀ ਜ਼ਰੂਰਤ ਹੈ ਨਹੀਂ ਇੱਕ ਵਾਰ ਇਹਨੂੰ ਕੀ ਕਰ ਲਿਓ ਰੀਡ ਕਰ ਲਿਓ ਦੈਨ ਨੈਕਸਟ ਟੋਪਿਕ ਇਜ਼ ਇੰਟਰਨਲ ਚੈੱਕ ਐਂਡ ਆਡੀਟਰ ਦੇਖੋ ਜੇ ਆਪਾਂ ਗੱਲ ਕਰੀਏ ਇੰਟਰਨਲ ਕੰਟਰੋਲ ਦੀ ਆਪਾਂ ਗੱਲ ਕੀਤੀ ਸੀ ਵੀ ਜੇ ਪ੍ਰੋਪਰ ਇੰਟਰਨਲ ਕੰਟਰੋਲ ਹੈ ਤਾਂ ਇਹਦੇ ਨਾਲ ਆਡੀਟਰ ਨੂੰ ਵੀ ਹੈਲਪ ਮਿਲ ਜਾਂਦੀ ਹੈ ਕਿਉਂਕਿ ਇਸਦਾ ਵਰਕਲੋਡ ਕੀ ਹੋ ਜਾਂਦਾ ਰਿਡਿਊਸ ਹੋ ਜਾਂਦਾ ਹੈ ਸੇਮ ਕੇਸ ਕੀ ਹੈ ਇੰਟਰਨਲ ਚੈੱਕ ਦਾ ਜੇ ਇੰਟਰਨਲ ਚੈਕਿੰਗ ਹੈ ਪ੍ਰੋਪਰ ਅਥੈਂਟੀਕੇਸ਼ਨ ਕੀਤੀ ਹੋਈ ਹੈ ਤਾਂ ਇਸ ਦੇ ਨਾਲ ਕੀ ਹੋਏਗੀ ਆਡੀਟਰ ਦੀ ਵੀ ਕੀ ਹੋ ਜਾਏਗੀ ਫੁਲੀ ਹੈਲਪ ਹੋ ਜਾਏਗੀ ਦੈਨ ਇੰਟਰਨਲ ਚੈੱਕ ਵਿਦ ਰਿਗਾਰਡ ਟੂ ਕੈਸ਼ ਟ੍ਰਾਂਜੈਕਸ਼ਨਸ ਹੁਣ ਜੇ ਆਪਾਂ ਗੱਲ ਕਰੀਏ ਵੀ ਕੈਸ਼ ਟ੍ਰਾਂਜੈਕਸ਼ਨ ਤਾਂ ਆਪਾਂ ਇੰਟਰਨਲੀ ਚੈੱਕ ਕਿਵੇਂ ਕਰ ਸਕਦੇ ਹਾਂ ਤਾਂ ਆਪਾਂ ਕੀ ਕਰਾਂਗੇ ਵਾਊਚਰਸ ਦੀ ਚੈਕਿੰਗ ਕਰ ਲਵਾਂਗੇ ਵੀ ਜਿੰਨੇ ਦੀ ਕੀਤੀ ਹੋਈ ਹੈ ਕੈਸ਼ ਹੈ ਨਾ ਰਸੀਟ ਪੇਮੈਂਟ ਸ਼ੋ ਕੀਤੀ ਨੂੰ ਪ੍ਰੋਪਰ ਵਾਊਚਰਸ ਨਾਲ ਮੈਚ ਹੋ ਰਹੀ ਨੇ ਡੇਟ ਪਲੇਸ ਟਾਈਮ ਹਰ ਇੱਕ ਪਰਫੋਰਮਾ ਕਾਲਮ ਦੀ ਹੈਲਪ ਦੇ ਨਾਲ ਆਪਾਂ ਕੀ ਕਰ ਸਕਦੇ ਉਹਨੂੰ ਵੈਰੀਫਾਈ ਕਰ ਸਕਦੇ ਹਾਂ ਦੈਨ ਆਪਣੇ ਕੋਲ ਕੀ ਹੈ ਸੇਲਸ ਐਟ ਦੀ ਕਾਊਂਟਰ ਆਪਾਂ ਚੈੱਕ ਕਰ ਲਵਾਂਗੇ ਕਿ ਕਿੰਨੀ ਐਟ ਦੀ ਕਾਊਂਟਰ ਸੇਲ ਹੋਈ ਹੈ ਕਿੰਨੀ ਇਲੈਕਟ੍ਰੋਨਿਕ ਵੇ ਦੇ ਨਾਲ ਹੋਈ ਹੈ ਕੈਸ਼ ਮੀਮੋਜ਼ ਨੂੰ ਵੈਰੀਫਾਈ ਕਰ ਲਵਾਂਗੇ ਕੈਸ਼ ਪੇਡ ਕਰ ਲਾਂਗੇ ਗੁੱਡਸ ਕਿੰਨੇ ਦੀਆਂ ਹੈਂਡਓਵਰ ਕੀਤੀਆਂ ਨੇ ਇਹ ਸਾਰਾ ਕੁਛ ਆਪਾਂ ਕੀ ਕਰ ਸਕਦੇ ਹਾਂ ਚੈੱਕਆਊਟ ਕਰ ਸਕਦੇ ਹਾਂ ਸੇਲਸ ਬਾਈ ਟਰੈਵਲਿੰਗ ਸੇਲਸਮੈਨ ਟਰੈਵਲ ਸੇਲਸਮੈਨਸ ਕੌਣ ਹੁੰਦੇ ਨੇ ਜਿਹੜੇ ਆਪਣੇ ਗੁੱਡਸ ਨੂੰ ਕੈਰੀ ਕਰਦੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਤਾਂ ਟਰੈਵਲਿੰਗ ਸੇਲਸਮੈਨ ਸ਼ੁੱਡ ਬੀ ਇਸ਼ੂਡ ਵਿਦ ਪ੍ਰੀ ਨੰਬਰਡ ਰਫ ਰਸੀਟ ਬੁੱਕਸ ਤਾਂ ਸੇਲਮੈਨਸ ਨੂੰ ਆਪਣੇ ਕੀ ਕਰਕੇ ਦੇਣਾ ਇੱਕ ਰਸੀਟ ਇਸ਼ੂ ਕਰਨੀ ਵੀ ਇੰਨੀਆਂ ਗੁੱਡਸ ਨੇ ਇੰਨੀ ਕੁਆਂਟੀਟੀ ਹੈ ਇਹ ਰੇਟ ਹੈ ਪਰ ਯੂਨਿਟ ਤੁਸੀਂ ਇੱਥੇ ਕੀ ਕਰਨਾ ਇਹਨਾਂ ਨੂੰ ਡਿਸਪੈਚ ਕਰਨਾ ਤਾਂ ਉਹ ਸਾਰਾ ਕੁਛ ਆਪਾਂ ਕੀ ਕਰ ਰਹੇ ਹਾਂ ਇੰਟਰਨਲ ਚੈੱਕ ਦੀ ਹੈਲਪ ਦੇ ਨਾਲ ਕਰ ਰਹੇ ਹਾਂ
ਦੈਨ ਨੈਕਸਟ ਇਜ਼ ਕੈਸ਼ ਪੇਮੈਂਟ। ਕੈਸ਼ ਪੇਮੈਂਟ ਕੀ ਹੈ, ਆਪਾਂ ਨੇ ਕਿੰਨੀ ਦੀ ਪੇਮੈਂਟ ਕੀਤੀ ਹੈ, ਕਿੰਨੀਆਂ ਗੁੱਡਸ ਪਰਚੇਜ਼ ਕੀਤੀਆਂ ਨੇ, ਆਪਾਂ ਕਿਹੜੇ ਬੈਂਕ ਦੇ ਥਰੂ ਕੀਤੀ ਹੈ, RBI ਨੂੰ, SBI ਨੂੰ, ICICI ਨੂੰ, ਜਾਂ ਆਪਾਂ ਕੋਈ RTGS ਤਾਂ ਨਹੀਂ ਕੀਤਾ, ਕੋਈ NEFT ਤਾਂ ਨਹੀਂ ਕੀਤਾ। ਹੁਣ ਇਹ ਕੀ ਨੇ RTGS ਤੇ NEFT। RTGS ਤੁਹਾਨੂੰ ਪਤਾ ਕਿ ਰੀਅਲ ਟਾਈਮ ਗ੍ਰੋਸ ਸੈਟਲਮੈਂਟ ਸਿਸਟਮ, ਵੀ ਜੇ ਆਪਾਂ ਨੇ ਕਿਸੇ ਹੋਰ ਪਰਸਨ ਦੇ ਅਕਾਊਂਟ ਦੇ ਵਿੱਚ ਫੰਡ ਟ੍ਰਾਂਸਫਰ ਕੀਤਾ ਤਾਂ ਉਹਨੂੰ ਪ੍ਰੋਪਰ ਮੈਂਸ਼ਨ ਕਰਨਾ ਨਾ, ਬਟ ਇਹਦੇ ਲਈ ਮਿਨੀਮਮ ਲਿਮਿਟ ਕਿੰਨੀ ਹੋਣੀ ਚਾਹੀਦੀ ਹੈ, 2 ਲੱਖ ਰੁਪੀਜ਼ ਹੋਣੀ ਚਾਹੀਦੀ ਹੁੰਦੀ ਹੈ। ਇਹ ਸਾਰਾ ਕੁਛ ਆਪਾਂ ਨੇ ਕੀ ਕਰਨਾ ਹੈਗਾ, ਇੰਟਰਨਲੀ ਚੈੱਕ ਕਰਨਾ ਹੈਗਾ, ਤਾਂ ਕਰਕੇ ਆਪਾਂ ਇੰਟਰਨਲੀ ਇਹਨੂੰ ਕੰਟਰੋਲ ਕਰ ਪਾਵਾਂਗੇ। ਤਾਂ ਪੈਟੀ ਕੈਸ਼ ਕਿਹੜੇ ਹੁੰਦੇ ਨੇ, ਆਪਣੇ ਛੋਟੇ ਛੋਟੇ ਖਰਚੇ ਹੁੰਦੇ ਨੇ ਜਿਹੜੇ, ਜਿਨ੍ਹਾਂ ਦੇ ਲਈ ਆਪਾਂ ਕੀ ਪ੍ਰੀਪੇਅਰ ਕਰਦੇ ਹਾਂ, ਸਬਸਿਡਰੀ ਬੁੱਕਸ ਪ੍ਰੀਪੇਅਰ ਕਰਦੇ, ਲਾਈਕ ਪੋਸਟੇਜ, ਸਟੈਂਪਿੰਗ, ਸਟੇਸ਼ਨਰੀ ਹੁੰਦੇ ਨਹੀਂ ਸੀ, ਆਪਾਂ ਸਬਸਿਡਰੀ ਬੁੱਕਸ ਪ੍ਰੀਪੇਅਰ ਕਰਦੇ ਸੀ ਵੀ 20 ਰੁਪੀਜ਼ ਦੀ ਪੋਸਟੇਜ ਹੈ, 10 ਦੀ, ਇਹ ਸਾਰੇ ਤਾਂ ਹੀ ਕੀ ਸੀ, ਆਪਾਂ ਪੈਟੀ ਕੈਸ਼ ਐਕਸਪੈਂਸਿਸ, ਇਹਨਾਂ ਨੂੰ ਵੀ ਆਪਾਂ ਨੇ ਕੀ ਕਰਨਾ, ਪ੍ਰੋਪਰਲੀ ਚੈੱਕ ਕਰਨਾ ਇੰਟਰਨਲੀ ਵੇ ਦੇ ਨਾਲ। ਦੈਨ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ ਇੰਟਰਨਲ ਚੈੱਕ ਵਿਦ ਰਿਗਾਰਡ ਟੂ ਵੇਜਸ। ਥੈਂਕ ਯੂ।